ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। 10ਵੀਂ ਦੇ ਸਾਰੇ ਉਹਨਾਂ ਵਿਦਿਆਰਥੀਆਂ ਨੂੰ ਅਸੀਂ ਫਿਰ ਜੀ ਆਇਆਂ ਆਖਦੇ ਹਾਂ ਜਿਨ੍ਹਾਂ ਨੇ ਨਾਵਲ ਨਵਾਂ ਸਾਲ ਇੱਕ ਹੋਰ ਨਵਾਂ ਸਾਲ ਦਾ ਕਥਾਨਕ ਸੁਣਿਆ। ਕਥਾਨਕ ਤੋਂ ਬਾਅਦ ਅਸੀਂ ਜੋ ਅਗਲਾ ਜੋ ਗੱਲ ਹੈ ਉਹ ਅਸੀਂ ਕਰਦੇ ਚਰਿੱਤਰ ਚਿੱਤਰਨ ਦੀ। ਚਰਿੱਤਰ ਚਿੱਤਰਨ ਦਾ ਮਤਲਬ ਹੈ ਜਿਹੜੇ ਪਾਤਰ ਇਸ ਵਿੱਚ ਜਿਨ੍ਹਾਂ ਦਾ ਝਲਕਾ ਆਇਆ, ਭਾਵੇਂ ਉਹ ਬਹੁਤ ਵੱਡੇ ਬੰਤੇ ਆ ਜਿਹੜੇ ਇਹ ਤਾਰੋ ਵਰਗੇ ਨੇ ਤੇ ਉਹਨਾਂ ਦੀ ਗੱਲ ਹੋਵੇ, ਜਾਂ ਫਿਰ ਛੋਟੇ ਛੋਟੇ ਪਾਤਰ ਜਿਨ੍ਹਾਂ ਦੇ ਛੋਟੇ ਛੋਟੇ ਝਲਕਾਰੇ ਕਰਕੇ ਉਹਨਾਂ ਲੋਕਾਂ ਦੇ ਚਰਿੱਤਰ ਬਾਰੇ ਝਾਤ ਪੈਂਦੀ ਹੈ, ਉਹਨਾਂ ਬਾਰੇ ਪਤਾ ਲੱਗਦਾ ਹੈ। ਉਹਨਾਂ ਸਾਰੇ ਚਰਿੱਤਰਾਂ ਬਾਰੇ ਅਸੀਂ ਗੱਲ ਕਰਾਂਗੇ। ਅੱਜ ਅਸੀਂ ਇਸ ਵੀਡੀਓ ਵਿੱਚ ਪਹਿਲੇ 3 ਚਰਿੱਤਰਾਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਵਿੱਚ ਇੱਕ ਬੰਤਾ ਹੈ, ਦੂਸਰਾ ਤਾਰੋ ਉਸਦੀ ਪਤਨੀ ਔਰ ਤੀਸਰਾ ਪੁੱਤਰ ਹੈ ਫੁੰਮਣ। ਅਸੀਂ ਉਹਨਾਂ ਸਾਰਿਆਂ ਬਾਰੇ ਗੱਲ ਕਰਾਂਗੇ। ਜਿਹੜੀਆਂ 2 ਬੱਚੀਆਂ ਨੇ ਉਹਨਾਂ ਬਾਰੇ ਕੋਈ ਜ਼ਿਕਰ ਨਹੀਂ ਆਇਆ, ਬਸ ਇਹੀ ਪਤਾ ਵੀ ਉਹ ਬਿਮਾਰ ਰਹਿੰਦੀਆਂ ਜਾਂ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ। ਜਿਹੜੀਆਂ ਮੇਨ 3 ਜਿਹੜੀਆਂ ਗੱਲਾਂ ਨੇ ਉਹ ਅਸੀਂ ਇਹਨਾਂ ਬਾਰੇ ਕਰਾਂਗੇ। ਚਰਿੱਤਰ ਚਿੱਤਰਨ ਤੋਂ ਪਹਿਲਾਂ ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਵੀ ਇਹ ਜੋ ਨਾਵਲ ਹੈ ਇਹ ਨਿਰੰਜਨ ਤਸਲੀਮ ਦਾ ਲਿਖਿਆ ਹੋਇਆ ਹੈ ਔਰ 10ਵੀਂ ਜਮਾਤ ਦੀ ਪੁਸਤਕ ਇੱਕ ਹੋਰ ਨਵਾਂ ਸਾਲ, ਇਸ ਦਾ ਇੱਕ ਤੀਸਰਾ ਜਿਹੜਾ ਪਾਰਟ ਹੈ। ਪਹਿਲੇ ਕਹਾਣੀਆਂ ਦੀ ਕਵਿਤਾਵਾਂ ਦੀ ਕਿਤਾਬ ਤੋਂ ਬਾਅਦ ਹੁਣ ਇਹ ਨਾਵਲ ਦੀ ਗੱਲ ਅਸੀਂ ਕਰ ਰਹੇ ਹਾਂ। ਚਰਿੱਤਰ ਯਾਨੀ ਇਸ ਵਿੱਚ ਪਾਤਰ ਕਿਸ ਤਰ੍ਹਾਂ ਦੇ ਨੇ। ਸਭ ਤੋਂ ਪਹਿਲੇ ਅਸੀਂ ਲੈਂਦੇ ਹਾਂ ਬੰਤਾ। ਜਿੱਦਾਂ ਅਸੀਂ ਪਹਿਲੇ ਵੀ ਕੀਤਾ ਹੈ, ਪਿਛਲੀਆਂ ਉਹਨਾਂ ਵਿੱਚ ਕਹਾਣੀਆਂ ਵਿੱਚ ਚਰਿੱਤਰ ਚਿੱਤਰਨ ਬਾਰੇ ਗੱਲ ਕੀਤੀ ਹੈ। ਇਸ ਵਿੱਚ ਅਸੀਂ ਕਹਾਂਗੇ ਕਿ ਬੰਤਾ ਨਾਵਲ ਇੱਕ ਹੋਰ ਨਵਾਂ ਸਾਲ ਦਾ ਮੁੱਖ ਪਾਤਰ ਹੈ। ਦੁਬਾਰਾ ਸੁਣੋ, ਬੰਤਾ ਨਾਵਲ ਇੱਕ ਹੋਰ ਨਵਾਂ ਸਾਲ ਦਾ ਮੁੱਖ ਪਾਤਰ ਹੈ, ਜਿਸ ਨੂੰ ਨਿਰੰਜਨ ਤਸਨੀਮ ਨੇ ਬੜੇ ਚੰਗੇ ਤਰੀਕੇ ਨਾਲ ਸਿਰਜਿਆ ਹੈ, ਬੜੀ ਬਰੀਕੀ ਨਾਲ ਸਿਰਜਿਆ ਹੈ। ਫਿਰ ਅਸੀਂ ਆਵਾਂਗੇ ਉਸਦੇ ਪਰਿਵਾਰ ਬਾਰੇ। ਹੁਣ ਅਸੀਂ ਗੱਲ ਕਰਾਂਗੇ, ਬੰਤਾ ਇੱਕ ਗਰੀਬ ਪਰਿਵਾਰ ਵਿੱਚੋਂ ਹੈ। ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਤਾਰੋ ਹੈ, ਉਸਦੇ 3 ਬੱਚੇ, ਮੁੰਡੇ ਦਾ ਨਾਮ ਫੁੰਮਣ ਹੈ ਔਰ 2 ਕੁੜੀਆਂ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਉਸਦੀ ਮਾਂ ਰਹਿੰਦੀ ਹੈ, ਜਿਸ ਦੀ ਆਪਣੀ ਨੂੰਹ ਤਾਰੋ ਨਾਲ ਨਹੀਂ ਬਣਦੀ। ਇਸ ਨਾਵਲ ਵਿੱਚ ਦੱਸਿਆ ਗਿਆ ਹੈ ਕਿ ਬੰਤਾ ਅੰਮ੍ਰਿਤਸਰ ਸ਼ਹਿਰ ਵਿੱਚ ਰਹਿੰਦਾ ਹੈ, ਇੱਕ ਗਰੀਬ ਬਸਤੀ ਵਿੱਚ ਰਹਿੰਦਾ ਹੈ ਔਰ ਉਹ ਰਿਕਸ਼ਾ ਚਾਲਕ ਹੈ। ਉਸਦਾ ਪਿਓ ਪਾਕਿਸਤਾਨ ਜਦੋਂ ਉੱਜੜ ਕੇ ਆਏ ਤਾਂ ਉਹ ਖੇਤ ਮਜ਼ਦੂਰ ਬਣਿਆ ਔਰ ਆਪਣੇ ਸਿਰ ਤੇ ਬਹੁਤ ਸਾਰਾ ਕਰਜ਼ਾ ਲੈ ਕੇ ਉਹ ਮਰ ਗਿਆ ਤੇ ਉਸ ਤੋਂ ਬਾਅਦ ਜੋ ਸਾਰਾ ਭਾਰ ਸੀ ਉਹ ਬੰਤੇ ਤੇ ਆ ਪਿਆ। ਹੁਣ ਬੰਤਾ ਜਿਹੜਾ ਹੈ ਨਾ, ਉਹ ਵੈਸੇ ਤਾਂ ਉਸਨੇ ਵਾਲ ਕੱਟੇ ਹੋਏ ਹੈ ਔਰ ਦਾੜੀ ਵੀ ਕੱਟਦਾ, ਪਰ ਉਹ ਪੱਗ ਬੰਨਦਾ ਹੈ ਔਰ ਗੱਲਾਂ ਵਿੱਚ ਵਾਹਿਗੁਰੂ ਦੀ ਗੱਲ ਕਰਦਾ ਹੈ ਔਰ ਗੱਲਾਂ ਵਿੱਚ ਉਹ ਸਿੱਖੀ ਸਿਧਾਂਤ ਯਾਨੀ ਸਿੱਖੀ ਨਾਲ ਜੁੜੇ ਹੁੰਦੇ ਝਲਕੇ ਪੈਂਦੇ ਉਸਦੇ। ਯਾਨੀ ਇਸ ਦਾ ਮਤਲਬ ਭਾਵੇਂ ਉਹ ਪਤਿਤ ਹੈ, ਉਸਨੇ ਕੇਸ਼ ਦਾੜੀ ਕਟਾਏ ਹੋਏ ਨੇ, ਪਰੰਤੂ ਉਸ ਦੇ ਅੰਦਰੋਂ ਸਿੱਖੀ ਦੀ ਭਾਵਨਾ ਹੈ। ਉਸ ਤੋਂ ਬਾਅਦ ਸਿਗਰਟ ਪੀਣ ਵਾਲਾ ਹੈ, ਗਲਤ ਗੱਲ ਹੈ। ਉਸ ਤੋਂ ਬਾਅਦ ਜਿਹੜੇ ਕੱਪੜੇ ਨੇ ਉਸਦੇ ਬੜੇ ਪਾਟੇ ਪੁਰਾਣੇ ਨੇ ਉੱਤੋਂ ਥੱਲੇ, ਕਿਉਂਕਿ 1 ਜਨਵਰੀ ਪਹਿਲੀ ਜਨਵਰੀ ਦਾ ਦਿਨ ਹੈ, ਬੜੇ ਸਾਰੇ ਕੱਪੜੇ ਪਾਏ। ਫਿਰ ਵੀ ਕਿਉਂਕਿ ਉਸਦੇ ਅੰਦਰ ਖੁਰਾਕ ਪੂਰੀ ਨਹੀਂ ਹੈ, ਗਰੀਬੀ ਵਿੱਚ ਹੈ, ਇਸ ਕਰਕੇ ਉਸਨੂੰ ਸਾਰੇ ਕੱਪੜਿਆਂ ਵਿੱਚ ਵੀ ਠੰਡ ਲੱਗਦੀ ਹੈ। ਉਸਦੇ ਹੱਥ ਬੜੇ ਕਾਲੇ ਕਾਲੇ ਤੇ ਖੁਸ਼ਕ ਨੇ ਔਰ ਪੈਰਾਂ ਵਿੱਚੋਂ ਜਿਹੜੇ ਮਾਸ ਹੈ ਉਖੜਿਆ ਪਿਆ ਹੈ ਔਰ ਉਸਦੀ ਜਿਹੜੀ ਚਮੜੀ ਹੈ ਖੁਸ਼ਕ ਹੈ। ਇਹ ਉਸਦਾ ਸਾਰਾ ਅਪੀਅਰੈਂਸ ਯਾਨੀ ਉਸਦਾ ਬਾਹਰੀ ਦਿਖਾਵਾ ਹੈ, ਜਿਸ ਵਿੱਚ ਅਸੀਂ ਦੱਸਿਆ ਬੰਤਾ ਸਿੰਘ ਮੁੱਖ ਪਾਤਰ ਹੈ ਔਰ ਸਾਰਾ ਨਾਵਲ ਜੋ ਉਸਦੇ ਆਲੇ ਦੁਆਲੇ, ਉਸਦੇ ਮਾਨਸਿਕਤਾ, ਉਸਦੇ ਸਰੀਰ, ਉਸਦੀ ਸੋਚ ਦੇ ਆਲੇ ਦੁਆਲੇ ਘੁੰਮਦਾ ਹੈ। ਫਿਰ ਅਸੀਂ ਦੇਖਦੇ ਹਾਂ, ਇਹ ਪਤਾ ਲੱਗਦਾ ਹੈ ਬੰਤਾ ਮੁੱਖ ਪਾਤਰ ਤੇ ਹੈ, ਨਾਲੋਂ ਕਿਰਤੀ ਹੈ। ਕਿਰਤੀ ਯਾਨੀ ਮਿਹਨਤੀ ਹੈ, ਮਿਹਨਤ ਕਰਕੇ ਖਾਣ ਵਾਲਾ ਹੈ। ਇਸ ਕਰਕੇ ਪਤਾ ਲੱਗਦਾ ਹੈ ਕਿ ਜੋ ਨਾਵਲ ਦੀ ਸ਼ੁਰੂਆਤ ਹੁੰਦੀ ਹੈ, ਸਵੇਰ ਦੇ 5 ਵਜੇ ਨੇ ਉੱਠਦਾ ਹੈ, ਚਾਹ ਪੀਂਦਾ ਹੈ ਔਰ ਬਹੀ ਰੋਟੀ ਖਾ ਕੇ ਔਰ ਉਹ ਅੰਮ੍ਰਿਤਸਰ ਸਟੇਸ਼ਨ ਤੇ ਕਾਲਕਾ ਮੇਲ ਦੀਆਂ ਸਵਾਰੀਆਂ ਫੜਨ ਨਿਕਲ ਪੈਂਦਾ, ਕਿਉਂਕਿ ਉਸਨੂੰ ਆਪਣੇ ਘਰ ਦੇ ਗੁਜ਼ਾਰੇ ਦੀ ਚਿੰਤਾ, ਇਸ ਕਰਕੇ ਬਹੁਤ ਮਿਹਨਤੀ ਹੈ ਔਰ ਸਵੇਰੇ 5 ਵਜੇ ਉਸਨੂੰ ਚਾਹ ਨਹੀਂ ਮਿਲਦੀ, ਉਹ ਚਾਹ ਪੀਤੇ ਬਿਨਾ ਘਰੋਂ ਨਿਕਲ ਜਾਂਦਾ ਹੈ ਔਰ ਕਾਲਕਾ ਮੇਲ ਦੀਆਂ ਸਵਾਰੀਆਂ ਨੂੰ ਫੜਨਾ ਚਾਹੁੰਦਾ ਹੈ। ਅੱਗੇ ਜਾ ਕੇ ਗੱਲ ਪਤਾ ਲੱਗਦੀ ਹੈ ਵੀ ਤੀਸਰਾ ਜੋ ਪੁਆਇੰਟ ਹੈ, ਪਹਿਲੇ ਤਾਂ ਅਸੀਂ ਪਰਿਵਾਰ ਦੀ ਗੱਲ ਕੀਤੀ, ਉਸਦੇ ਪਾਤਰ ਬਾਰੇ ਗੱਲ ਕੀਤੀ, ਦੂਜਾ ਦੱਸੋ ਬਹੁਤ ਮਿਹਨਤੀ ਹੈ। ਤੀਜੀ ਅਸੀਂ ਪੈਰਾ ਬਣਾਉਣਾ ਹੈ ਕਿ ਉਹ ਹੱਕ ਹਲਾਲ ਦੀ ਖਾਣ ਵਾਲਾ ਇੱਕ ਮਿਹਨਤੀ ਬੰਦਾ ਹੈ। ਹੱਕ ਹਲਾਲ ਦੀ ਖਾਣ ਵਾਲਾ ਮਿਹਨਤੀ ਬੰਦਾ ਹੈ। ਜਦੋਂ ਸਵਾਰੀਆਂ ਉਸਨੂੰ ਮਿਹਨਤ ਤੋਂ ਵੱਧ ਕੁਝ ਵੀ ਪੈਸੇ ਦਿੰਦੀਆਂ ਵਾਧੂ, ਉਸਨੂੰ ਬੜਾ ਬੁਰਾ ਲੱਗਦਾ ਹੈ। ਉਹ ਚਾਹੁੰਦੇ ਵੀ ਉਸਨੂੰ ਉਸਦੇ ਹੱਕ ਦੀ, ਉਸਦੀ ਮਿਹਨਤ ਦੀ ਕਮਾਈ ਮਿਲਦੀ ਰਹੇ। ਜਦੋਂ ਉਸਨੂੰ ਪਤਾ ਲੱਗਦਾ ਹੈ
कि जो फत्तू है वो अफीम वेच के अपना गुजारा वधिया चलाई जाता है, जो नत्थू है वो सवारियां का समान चुरा लेंदा है, तो उसनूं गल बुरा लगती भी अज ईमानदारी वाला किता करना चाहिए। फिर उसनूं पता लगता है जो किशन है वो बड़ा ईमानदार रिक्शा वाला है और लोगों दी चीज़ां गुमियां वापस कर दिंदा है, किसी का थैला वापस कर जिस बहुत सारा धन सीगा। ते इस गल करके वो किशने ते माण महसूस करते क्योंकि वो हक हलाल दी खाण वाला किरती मेहनती रिक्शे वाला है। अपने घर की आर्थिक तंगी तो वह दुखी है। इसका चौथा पॉइंट बनता है भी अपने आर्थिक तंगी तो बड़ा दुखी है। वो चाहता है कि उसके परिवार का गुजारा चलता रहे, तो उसने पता लगता है भी मेहनत करने भी जे ढिड की पूरी नहीं पैंदी और बहुत मेहनत करने के बावजूद भी उनके घर का गुजारा नहीं होंदा। उसनूं रजाई की लोड़ है, एक मंजे की लोड़ है, पर अपने रोटी के फिक्र विचों इन्हां सारियां जरूरतां पूरियां नहीं कर पाता, अपनी घरवाली नूं नहीं खुश कर पाता और अपने बच्चों की बीमारी ते भी वो इलाज नहीं करा सकता। इस गल का उसनूं दुख है, यह आर्थिक तंगी का शिकार होने करके। अगला जो पॉइंट बनता है वो अणखीला है। अणखीला का मतलब स्वाभिमानी है। उसनूं जो भी उसकी इज्जत ते गल आती है या किसी होर दी इज्जत ते गल आती है तो वह मुकाबला कर। जो पता लगता है कि उसका बाप जिहड़ा सी वो कर्जे विच मर गया, उसनूं उसे खेत विच खेत मजदूर बन के मेहनत करनी पई और जो सरदारां दे मुंडे ने उस नाल लड़ाई की तो अगों उसने 2-4 उसनूं भी जड़ दिते और अपना मजदूरी वाला काम छड्ड के शहर भज आया। जो वो शहर में चपड़ासी लग गया तो जो अफसर सी बाबू सी उसकी घरवाली ने उसनूं घर दे कपड़े धोण नूं कहा, वो मना कर आया। अफसर उसते कड़किया तो वह भी नौकरी छड्ड। आखिर उसने अपनी इज्जत अपने लायक जो काम से रिक्शा चलाने वाला उसनों मंजूर किया। पता लगता है वह बहुत अणखी किस्म का बंदा है, जिस करके उसका हर गल तो जिहड़ा किसी नाल झगड़ा भी हो जाता है। फिर इस गल अगली जिहड़ा पॉइंट बनता वो है भी उसनों पढ़ाई का बड़ा झोरा है। वो अपने जीवन विच सिर्फ 4थी क्लास पास कर सकिया। 5वीं क्लास के पेपरों लिए उसको फीस की तंगी सी, फिर भी वो सारे महीनों की फीस तार के भर के पेपर में बैठा, भावें उसकी कोई तैयारी नहीं सी। उसनूं लगता है कि 4थी पास नालों 5वीं फेल होना बड़े माण वाली गल है। इस करके वो फेल होया तो उसके नाल हुण 5वीं जमात फेल लग गया। तो उसनूं पढ़ाई का बड़ा झोर है कि पढ़ाई अगे जो अपने पढ़े लिखे दोस्तों नूं जांदा स्कूल देखता है तो उसनूं बड़ा महसूस होंदा है, बुरा लगता है कि वो पढ़ाई क्यों नहीं कर पाया। दूजा उसनूं अखबार पढ़ने का बड़ा शौक है। पंजाबी की अखबार बड़े तरीके नाल बड़े जोर नाल पढ़ता है और जो एक जगह यह भी पता लगता है कि वो अपनी जो सहुरे घर जाता है तो अपने नाल पंजाबी का अखबार लैके जाता है तो अपनी साली नूं वो फटाफट पंजाबी दीयां खबरां पढ़ के सुणांदा, उसनूं चंगी चाह बना के पिआउंदी है, उसनूं बड़ा चंगा लगता है। दूजी गल जदों वो नवें साल वाले दिन होटल तो लैके चाह दुध पींदा और केक खाता तो फिर वो होटल के मालक नूं अखबार पढ़ के अज दीयां खबरां सुणांदा है। तो इस गल तो पता लगता उसनूं पढ़ाई का शौक है, पर अपनी गरीबी करके वो पढ़ाई नहीं कर पाया, बस अखबार पढ़नी जानता है। वो 5वीं फेल 4थी पास है। अगली गल है वो जिम्मेदार बंदा है, समाज का जिम्मेदार बंदा है, इज्जतदार बंदा है। वो रिक्शे ते जदों भी इस्त्री सवारियां बैठदियां तो बड़ा ध्यान रखता उन्होंने इज्जत का। जदों वो प्रोफैसर कुड़ी सितार वाली बैठती है या होर उन्होंने वाल खास ध्यान रखता है। और जदों 2 कुड़ियां की गल आती है भी ਜਿਹੜੀਆਂ 2 कुड़ियां रिक्शे ते बैठदियां सी, एक बार आवारा मुंडिਆਂ ने उन्होंने छेड़न की कोशिश की, अपना रिक्शा छड्ड के उन्होंने फड़न दौड़िया और आखिर वो मुंडा एक दौड़ पिया, दूजे ने उसकी धौण ते धप्फा मारे तो वह भी भज गया। और कुड़ियां ने इस गल का बुरा मनाया कि सरे बाजार उसने इस गल का दिखावा किया है तो उसका रिक्शा छड्ड गया, पर उसनूं लगता है कि कुड़ियां की इज्जत सब तो वड्डी गल है, इस करके वो जिम्मेवार भी है। अगला पॉइंट बनता है कि वो फिक्रमंद है अपनी पत्नी तारो लई, अपने परिवार यानी अपने पुत्र लिए, अपनी 2 धीआं लिए और अपनी माँ लिए। माँ के ऑपरेशन कराने की गल करता है, उसकी दवाई देने की गल करता है। और तारो जो बीमार होंगे उन्होंने कहते चंगी खुराक खाया कर, घ्यो खाया कर और इस तो इलावा तू टीके लवा लै, इस तो इलावा वह झग्गा पाटिया पिया, कहता भी अपना झग्गा नवा ला लै, तेनों किसी चीज़ की लोड़ है कि नहीं है। यह सारिया जरूरतां उसनूं बार बार अपनी पत्नी नूं तारो नूं पुछदा, क्योंकि उन्होंने पता लगता है कि वो हमेशा उस तो नाराज़ है। उसनूं खुश करने के तरीके लिए वो हर तरीके उसनूं जिहड़ा प्रसन्न करना चाहता है तो अपनी बच्चों लिए, अपनी माँ लिए, अपने पत्नी लिए फिक्रमंद रहता। वो अपने बच्चे फुम्मण के भविख लिए भी चिंता करता है, क्योंकि उसनूं लगता है उस वांग उसका बच्चा फुम्मण जो 3जी जमात में पढ़ता है किते रिक्शा चालक ना बन जाए। वो चाहता है जो वड्डा होएगा वो बड़ा आसवान है। अगला पॉइंट बनता बड़ा आसवान है, उन्होंने लगता है जो उसका छोटा पुत्र फुम्मण है 3जी जमात में पढ़ता है, वड्डा होएगा, कमाएगा तो घर की हालत जी है वो पलट जाएगी। इस करके आशावान भी है, धार्मिक है, गल गल तो वाहिगुरू की गल करता है, परमेश्वर की रजा की गल करता है और इत्थे तक कि
ਅੰਮ੍ਰਿਤਸਰ ਉਸ ਨੂੰ ਪਤਾ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਤੇ ਮੱਥਾ ਟੇਕਣ ਦਾ ਇਰਾਦਾ ਜ਼ਾਹਰ ਕਰਦਾ ਹੈ। ਔਰ ਇੱਕ ਉਸ ਸਮੇਂ ਨੂੰ ਯਾਦ ਹੈ ਜਦੋਂ ਉਹ ਛੇਹਰਟਾ ਸਾਹਿਬ ਆਪਣੀ ਪਤਨੀ, ਆਪਣੀ ਮਾਂ ਔਰ ਆਪਣੇ ਬੱਚਿਆਂ ਨੂੰ ਲੈ ਕੇ ਗਿਆ ਸੀ ਔਰ ਸਾਰੇ ਦਿਨ ਬੜੇ ਆਨੰਦ ਵਿੱਚ ਬਤੀਤ ਕੀਤਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਧਾਰਮਿਕ ਸਿੱਖੀ ਧਾਰਮਿਕ ਖਿਆਲਾਂ ਦਾ ਵੀ, ਭਾਵੇਂ ਉਸਨੇ ਕੇਸ ਕਟਾਇਆ, ਸਿਗਰਟਾਂ ਪੀਂਦਾ ਹੈ, ਜੋ ਕਿ ਬੜੀ ਮਾੜੀ ਗੱਲ ਹੈ, ਪਰ ਉਸਦੇ ਅੰਦਰ ਇਹ ਭਾਵਨਾ ਵਸਦੀ ਹੈ। ਇਸ ਕਰਕੇ ਉਹ ਇਸ ਤਰ੍ਹਾਂ ਦਾ ਪ੍ਰਗਟਾਵਾ ਗੱਲ ਤੇ ਕਰਦਾ ਹੈ। ਉਸ ਨੂੰ ਆਪਣੀ ਸੰਤਾਨ ਦਾ ਬੜਾ ਮੋਹ ਹੈ। ਉਸ ਨੂੰ ਆਪਣੀ ਬੱਚੀਆਂ ਦੇ ਬਾਰ-ਬਾਰ ਬਿਮਾਰ ਪੈਣ ਤੇ ਉਸਦੇ ਛੋਟੀ ਕੁੜੀ ਦੇ ਮਿੱਟੀ ਖਾਣ ਬਾਰੇ ਬੜਾ ਚਿੰਤਾ ਕਰਦਾ ਹੈ। ਔਰ ਜਦੋਂ ਫੁੰਮਣ ਜਿਹੜਾ ਹੈ ਉਹ ਚਾਹੁੰਦਾ ਵੀ ਫੁੰਮਣ ਰਿਕਸ਼ਾ ਨਾ ਚਲਾਏ, ਜਦੋਂ ਉਹ ਫੁੰਮਣ ਨੂੰ ਰਿਕਸ਼ੇ ਦੀ ਜਿਹੜੀ ਕਾਠੀ ਯਾਨੀ ਗੱਦੀ ਤੇ ਬੈਠ ਕੇ ਮौज ਕਰਦਾ, ਆਨੰਦ ਲੈਂਦਾ ਵੇਖਦਾ, ਉਸ ਨੂੰ ਫਿਕਰ ਪੈ ਜਾਂਦਾ ਹੈ ਉਸ ਦਾ ਬੱਚਾ ਫੁੰਮਣ ਰਿਕਸ਼ਾ ਚਾਲਕ ਨਾ ਬਣੇ। ਸੰਤਾਨ ਦਾ ਮੋਹ ਹੈ। ਅਗਲੀ ਗੱਲ ਦੇਸ਼ ਭਗਤੀ ਦੀ ਆਉਂਦੀ ਹੈ। ਅਗਲਾ ਪੁਆਇੰਟ ਬਣਦਾ ਹੈ ਉਹ ਇੱਕ ਅੰਦਰੋਂ ਦੇਸ਼ ਭਗਤ ਹੈ। ਜਦੋਂ ਜਲਿਆਂਵਾਲੇ ਬਾਗ ਦੇ ਬਾਹਰ 50 ਸਾਲ ਦੀ ਉਮਰ ਦਾ ਖਾਦੀ ਦੇ ਕੱਪੜੇ ਪਾਏ ਬੰਦਾ ਨਜ਼ਰ ਆਉਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਉਸਦਾ ਪਿਤਾ 80 ਸਾਲ ਦਾ ਹੈ, ਜਿਸ ਦੇ ਪੈਰਾਂ ਵਿੱਚ ਉਸ ਸਮੇਂ, ਜਿਸ ਦੀ ਲੱਤ ਵਿੱਚ ਉਸ ਸਮੇਂ 1919 ਜਲਿਆਂਵਾਲੇ ਬਾਗ ਦੇ ਕਾਂਡ ਵਿੱਚ ਗੋਲੀ ਵੱਜੀ ਸੀ ਤੇ ਹੁਣ ਉਹ ਬਿਮਾਰ ਪਿਆ ਹੋਇਆ ਹੈ ਤੇ ਉਸ ਲਈ ਡਾਕਟਰ ਲੱਭਣ ਜਾ ਰਿਹਾ ਤੇ ਉਸਦਾ ਦਿਲ ਕਰਦਾ ਹੈ ਕਿ ਉਸਦੇ ਘਰ ਜਾਵੇ, ਉਸ ਬਜ਼ੁਰਗ ਦੇ ਦੇਸ਼ ਭਗਤ ਦੇ ਪੈਰਾਂ ਨੂੰ ਹੱਥ ਲਾਵੇ, ਪਰ ਆਪਣੇ ਕੱਪੜੇ ਵੇਖ ਕੇ, ਆਪਣੀ ਔਕਾਤ ਵੇਖ ਕੇ ਉਹ ਇਸ ਗੱਲ ਤੋਂ ਝਿਜਕ ਜਾਂਦਾ ਹੈ, ਨਹੀਂ ਜਾਂਦਾ। ਇਸ ਦਾ ਮਤਲਬ ਉਹ ਦੇਸ਼ ਦੀ ਭਗਤੀ ਦੀ ਭਾਵਨਾ ਰੱਖਣ ਵਾਲਾ ਵੀ ਹੈ ਔਰ ਉਹ ਕੁਰਬਾਨੀ ਦੇ ਜਜ਼ਬੇ ਰੱਖਣ ਵਾਲਾ ਵੀ। ਇੱਕ ਵਾਰ ਜਦੋਂ ਉਸਦੇ ਰਿਕਸ਼ੇ ਵਿੱਚ ਇੱਕ ਔਰਤ ਜਿਸ ਦਾ ਵੱਡਾ ਆਪਰੇਸ਼ਨ ਆਇਆ ਨਹੀਂ, ਜਿਸ ਦਾ ਸਿਜ਼ੇਰੀਅਨ ਹੋਣਾ ਹੈ, ਬੱਚਾ ਹੋਣਾ ਹੈ, ਉਸ ਲਈ ਉਹ ਖੂਨਦਾਨ ਦਿੰਦਾ। ਬਾਕੀ ਜਿਹੜੇ ਰਿਕਸ਼ਾ ਚਾਲਕ ਨੇ ਉਹ ਆਪਣੇ ਖੂਨ ਦੇਣ ਦੇ ਬਦਲੇ 100 ਰੁਪਏ ਲੈਂਦੇ ਨੇ, ਪਰ ਇੱਕ ਅੱਛਾ ਇਨਸਾਨ ਹੋਣ ਕਰਕੇ ਜੋ ਬੰਤਾ ਹੈ ਉਹ 100 ਰੁਪਏ ਤੋਂ ਇਨਕਾਰ ਕਰ ਦਿੰਦਾ ਹੈ। ਉਸ ਨੂੰ ਬਦਲੇ 'ਚ ਹੋਰ ਕੁਝ ਵੀ ਨਹੀਂ ਮਿਲਦਾ, ਉਸ ਨੂੰ ਦੁੱਧ ਵੀ ਨਹੀਂ ਮਿਲਦਾ, ਜੂਸ ਵੀ ਨਹੀਂ ਮਿਲਦਾ ਤੇ ਫਿਰ ਉਹ ਚੱਕਰ ਖਾ ਕੇ ਆਪਣੇ ਰਿਕਸ਼ੇ ਤੇ ਬੈਠ ਜਾਂਦਾ ਹੈ ਔਰ ਉਸਦੇ ਮਨ ਨੂੰ ਤਸੱਲੀ ਰਹਿੰਦੀ ਹੈ ਕਿ ਉਸਨੇ ਕਿਸ ਦੀ ਜਾਨ ਬਚਾਈ ਹੈ, ਖੂਨਦਾਨ ਦਿੱਤਾ ਹੈ। ਇਸ ਤਰ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਜੋ ਬੰਤਾ ਸਿੰਘ ਦਾ ਜੋ ਚਰਿੱਤਰ ਹੈ ਇਸ ਨਾਵਲ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਨਿਰੰਜਨ ਤਸਲੀਮ ਲੇਖਕ ਨੇ, ਨਾਵਲਕਾਰ ਨੇ, ਉਸ ਨੂੰ ਬੜੇ ਸੁੰਦਰ ਤਰੀਕੇ ਨਾਲ ਸਿਰਜਿਆ ਹੈ। ਇਹ ਸੀ ਬੰਤੇ ਦੇ ਚਰਿੱਤਰ ਦਾ, ਬੰਤੇ ਦੀਆਂ ਆਦਤਾਂ ਦਾ, ਉਸਦੇ ਚੰਗਿਆਈ ਜਾਂ ਬੁਰਾਈ ਦਾ ਪੂਰਾ ਹਿਸਾਬ ਕਿਤਾਬ। ਜਦੋਂ ਅਸੀਂ ਤਾਰੋ ਬਾਰੇ ਗੱਲ ਕਰਦੇ ਹਾਂ, ਜੋ ਦੂਸਰਾ ਚਰਿੱਤਰ ਚਿੱਤਰਣ ਹੈ ਉਹ ਤਾਰੋ ਬਾਰੇ। ਅਸੀਂ ਤਾਰੋ ਬਾਰੇ ਜਦੋਂ ਗੱਲ ਕਰਾਂਗੇ ਤਾਂ ਫਿਰ ਅਸੀਂ ਕਵਾਂਗੇ ਤਾਰੋ ਨਾਵਲ ਇੱਕ ਹੋਰ ਨਵਾਂ ਸਾਲ ਦੀ ਮਹੱਤਵਪੂਰਨ ਪਾਤਰ ਹੈ, ਜਿਸ ਨੂੰ ਨਿਰੰਜਨ ਸਿੰਘ ਤਸਨੀਮ ਨੇ ਬੜੇ ਸੁੰਦਰ ਤਰੀਕੇ ਨਾਲ ਸਿਰਜਿਆ ਹੈ। ਫਿਰ ਅਸੀਂ ਗੱਲ ਕਰਾਂਗੇ ਤਾਰੋ ਦਾ ਪਰਿਵਾਰ। ਅਸੀਂ ਕਹਾਂਗੇ ਤਾਰੋ ਬੰਤਾ ਸਿੰਘ ਦੀ ਪਤਨੀ ਹੈ, ਉਸਦੇ 2 ਧੀਆਂ ਔਰ ਇੱਕ ਪੁੱਤਰ ਹੈ ਔਰ ਇੱਕ ਸੱਸ ਹੈ ਜਿਹੜੀ ਕਿ ਪਿੰਡ ਵਿੱਚ ਰਹਿੰਦੀ ਹੈ। ਫਿਰ ਅਸੀਂ ਦੱਸਾਂਗੇ ਵੀ ਉਹ ਤਾਰੋ 2 ਜਮਾਤਾਂ ਪੜ੍ਹੀ ਹੋਈ ਹੈ ਤੇ ਉਹ ਬੰਤੇ ਦੀ ਮਾਮੀ ਦੀ ਭਤੀਜੀ ਹੈ। ਦੁਬਾਰਾ ਸੁਣੋ, ਉਹ ਬੰਤੇ ਦੀ ਮਾਮੀ ਦੀ ਭਤੀਜੀ ਹੈ, ਦੋਹਾਂ ਦਾ ਰਿਸ਼ਤਾ ਹੋ ਗਿਆ। ਉਹਦੇ ਨੈਣ ਨਕਸ਼, ਕਿਉਂਕਿ ਇੱਕ ਜਗ੍ਹਾ ਜ਼ਿਕਰ ਆਉਂਦਾ ਹੈ ਕਿ ਉਹਦੇ ਨੈਣ ਨਕਸ਼ ਬੜੇ ਤਿੱਖੇ ਨੇ, ਰੰਗ ਸੌਂਲਾ ਹੈ ਪਰ ਮੂੰਹ ਤੋਂ ਬੜੀ ਭੋਲੀ ਭਾਲੀ, ਬੜੀ ਸੁੰਦਰ ਲੱਗਦੀ। ਜਦੋਂ ਉਸਦਾ ਵਿਆਹ ਹੋਇਆ ਸੀ ਤੇ ਜਿਹੜੀ ਉਸਦੀ ਭਰਜਾਈ ਹੈ ਬੰਤੇ ਦੀ, ਕਹਿੰਦੇ ਵੀ ਇਸ ਨੂੰ ਹੱਥ ਨਾ ਲਾਈ, ਇਹਨੂੰ ਮੈਲੇ ਹੱਥ ਨਾ ਲਾਈ ਕਿਉਂਕਿ ਇਹ ਮੈਲੀ ਹੋ ਜਾਏਗੀ। ਔਰ ਜਦੋਂ ਉਹ ਤਿਆਰ ਹੋ ਕੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਨੇ ਤਾਂ ਵੀ ਉਹ ਬਹੁਤ ਸੁੰਦਰ ਲੱਗਦੀ ਹੈ ਔਰ ਬੰਤੇ ਨੂੰ ਇਸ ਗੱਲ ਦਾ ਫਖਰ ਹੈ ਕਿ ਉਸਨੂੰ ਬਹੁਤ ਸੋਹਣੀ ਵਹੁਟੀ ਮਿਲੀ ਤੇ ਇਹ ਉਸਦੀ ਸਾਰੀ ਸੁੰਦਰਤਾ ਦੀ ਸਿਫਤ ਹੈ। ਸੱਸ ਨਾਲ ਉਸਦੀ ਨਹੀਂ ਬਣਦੀ, ਸੱਸ ਨਾਲ ਝਗੜਾ ਕਰਦੀ ਹੈ। ਮੁੱਖ ਕਾਰਨ ਹੈ ਘਰ ਦੀ ਗਰੀਬੀ, ਜਿਸ ਕਰਕੇ ਉਹ ਆਪਣੀ ਸੱਸ ਨਾਲ ਜਿਹੜਾ ਹੈ ਨਾ ਉਹ ਤੰਗ ਰਹਿੰਦੀ ਹੈ, ਝਗੜੇ ਕਰਦੀ ਤੇ ਸੱਸ ਨੂੰ ਫਿਰ ਆਪਣੇ ਪਿੰਡ ਜਾਣਾ ਪੈਂਦਾ ਹੈ। ਅਗਲੀ ਗੱਲ ਹੈ ਵੀ ਜ਼ਿੰਮੇਦਾਰ ਗ੍ਰਸਤਣ ਹੈ, ਉਸਨੂੰ ਆਪਣੇ ਪਰਿਵਾਰ ਦੇ ਰੋਜ਼ੀ ਰੋਟੀ ਦੇ ਯਾਨੀ ਗੁਜ਼ਾਰੇ ਦਾ ਫਿਕਰ ਹੈ। ਜਦੋਂ ਉਸਦਾ ਪਤੀ ਉਸਨੂੰ ਕਹਿੰਦਾ ਝੱਗਾ ਸਵਾਲ ਹੈ ਜਾਂ ਤੈਨੂੰ ਹੋਰ ਕੀ ਚਾਹੀਦਾ, ਪਕੌੜੇ ਲਿਆ ਦਾਂ ਜਾਂ ਹੋਰ ਕੋਈ ਚੀਜ਼ ਲਿਆ ਦਾਂ, ਤਾਂ ਮਨਾ ਕਰ ਦਿੰਦੀ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਇਸ ਦਾ ਮਤਲਬ ਉਹ ਸੰਜਮ ਵਾਲੀ ਹੈ। ਉਹ ਗ੍ਰਸਤ ਇਸ ਕਰਕੇ ਚੰਗੀ ਗ੍ਰਸਤਣ ਹੈ, ਆਪਣੇ ਬੱਚਿਆਂ ਦਾ, ਆਪਣੇ ਪੁੱਤਰ ਦਾ ਉਹ ਧਿਆਨ ਰੱਖਦੀ ਹੈ। ਔਰ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਜੋ ਬੰਤਾ ਹੈ ਉਹ ਥੱਕਿਆ ਪਿਆ ਹੈ, ਉਸਨੂੰ ਰੋਟੀ ਦੀ ਭੁੱਖ ਹੈ, ਜਦੋਂ ਕਹਿੰਦਾ ਮੈਂ ਜਾ ਰਿਹਾ ਰੋਟੀ ਨਹੀਂ ਪੱਕੀ ਤੇ ਉਸਨੂੰ ਬਾਹੋਂ ਫੜ ਕੇ ਬਿਠਾ ਕੇ ਗਰਮ ਗਰਮ ਰੋਟੀ ਖਵਾਉਂਦੀ ਹੈ। ਆਪਣੇ ਕੁੜੀਆਂ ਦਾ ਉਹ ਬੜਾ ਹੀ ਖਿਆਲ ਰੱਖਦੀ ਹੈ। ਜਦੋਂ ਬੰਤਾ ਉਸਨੂੰ ਕਹਿੰਦਾ ਹੈ ਕਿ ਮਾਸਟਰਨੀ ਦੀ ਨੌਕਰੀ ਛੱਡ ਦੇ ਤਾਂ ਉਹ ਕਹਿੰਦੇ ਨਹੀਂ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਏਗਾ ਤੇ ਮਾਸਟਰਨੀ ਆਪ ਹੀ ਟਿਊਸ਼ਨਾਂ ਪੜ੍ਹਾ ਕੇ ਘਰ ਦਾ ਗੁਜ਼ਾਰਾ ਕਰਦੀ। ਇਸ ਕਰਕੇ ਉਹ ਆਪਣੇ ਪਰਿਵਾਰ ਦੇ ਛੋਟੇ ਮੋਟੇ ਖਰਚੇ ਲਈ ਆਪਣੀ ਨੌਕਰੀ ਕਰਦੀ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਬਣਦਾ ਹੈ ਕਿ ਮਾਨਸਿਕ ਸਦਮੇ ਦਾ ਸ਼ਿਕਾਰ ਹੈ। ਮਾਨਸਿਕ ਸਦਮਾ ਕਾਹਦਾ ਤੁਸੀਂ ਜਾਣ ਚੁੱਕੇ। ਉਸਨੂੰ 2 ਮਾਨਸਿਕ ਸਦਮੇ ਨੇ। ਇੱਕ ਤਾਂ ਜਦੋਂ ਵਿਆਹ ਕੇ ਆਈ ਸੀ
ਉਸਦੇ ਦਾਜ ਦੀ ਪੇਟੀ ਸੀ ਜਿਸ ਵਿੱਚ ਉਸਦੀ ਸੱਸ ਨੇ ਸਾਰਾ ਕੁਝ ਕੱਢ ਕੇ ਆਪਣੀਆਂ ਧੀਆਂ ਨੂੰ ਵੰਡ ਦਿੱਤਾ ਸੀ, ਜਿਸ ਦਾ ਉਸਦੇ ਮਨ ਤੇ ਬਹੁਤ ਗਹਿਰੀ ਚੋਟ ਲੱਗੀ। ਇਸ ਨੂੰ ਭੁਲਾ ਨਹੀਂ ਸਕੀ ਔਰ ਇਸ ਕਰਕੇ ਉਹ ਬੰਤੇ ਨੂੰ ਕਸੂਰਵਾਰ ਠਹਿਰਾਉਂਦੀ ਹੈ, ਬੰਤੇ ਨਾਲ ਬੋਲਦੀ ਨਹੀਂ। ਦੂਜੀ ਗੱਲ, ਜਦੋਂ ਘਰ ਦੀ ਆਰਥਿਕ ਤੰਗੀ ਕਰਕੇ ਜਿਹੜਾ ਬੰਤਾ ਹੈ ਉਸਨੂੰ ਧੌਲ ਧੱਫਾ ਕਰਦਾ, ਮਾਰਦਾ ਹੈ, ਤਾਂ ਉਹ ਨਿਰਾਸ਼ ਹੋ ਜਾਂਦੀ ਹੈ। ਉਸ ਤੋਂ ਬਾਅਦ ਉਸ ਨਾਲ ਕੂੰਦੀ ਨਹੀਂ, ਬੋਲਦੀ ਨਹੀਂ ਔਰ ਇਹ ਜਿਹੜੀਆਂ ਦੋ ਗੱਲਾਂ ਹੈ ਉਸਦੇ ਮਾਨਸਿਕ ਸਦਮੇ ਦਾ ਕਾਰਨ ਹੈ। ਉਹ ਉਦਾਸ ਰਹਿੰਦੀ ਹੈ ਔਰ ਚੁੱਪ ਰਹਿੰਦੀ ਹੈ। ਅਗਲੀ ਗੱਲ, ਅਗਲਾ ਪੁਆਇੰਟ ਬਣਦਾ ਹੈ, ਉਹ ਸਿੱਖੀ ਭਾਵਨਾ ਨਾਲ ਭਰੀ ਹੋਈ ਹੈ। ਉਸ ਨੂੰ ਬੰਤੇ ਦੇ ਵਾਲ ਕੱਟਣ ਦੇ ਬਾਰੇ, ਸਿਗਰਟਾਂ ਪੀਣ ਬਾਰੇ ਉਸ ਨੂੰ ਬੜਾ ਦੁੱਖ ਲੱਗਦਾ, ਉਸ ਨੂੰ ਮਨਾ ਕਰਦੀ ਹੈ ਔਰ ਨਾਲ ਹੀ ਆਪਣੇ ਮੁੰਡੇ ਫੁੰਮਣ ਨੂੰ ਵੀ ਉਹ ਸਿੱਖ ਬਣਾਉਣ ਬਾਰੇ ਗੱਲ ਕਰਦੀ ਹੈ। ਇਸ ਤੋਂ ਪਤਾ ਲੱਗਦਾ ਵੀ ਸਿੱਖੀ ਭਾਵਨਾ ਦੀ ਭਰੀ ਹੈ, ਉਹ ਫਰਜ਼ਾਂ ਦੀ ਭਰੀ ਹੋਈ ਹੈ ਤਾਰੋ। ਇਸ ਕਰਕੇ ਜਦੋਂ ਉਸਦਾ ਪਤੀ ਥੱਕਿਆ ਟੁੱਟਿਆ ਘਰ ਆਉਂਦਾ ਹੈ, ਉਸ ਨੂੰ ਤਾਜ਼ੀ ਰੋਟੀ ਬਣਾ ਕੇ, ਅੱਧੀ ਰਾਤ ਨੂੰ ਵੀ ਉੱਠ ਕੇ ਤਾਜ਼ੀ ਰੋਟੀ ਬਣਾਉਂਦੀ ਹੈ ਔਰ ਉਸਦੀਆਂ ਲੱਤਾਂ ਘੁੱਟਦੀ ਹੈ ਕਿਉਂਕਿ ਉਹ ਸਾਰੇ ਦਿਨ ਰਿਕਸ਼ਾ ਚਲਾ ਚਲਾ ਕੇ ਹੰਬ ਗਿਆ, ਥੱਕ ਗਿਆ। ਤੇ ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਹੈ ਜੋ ਤਾਰੋ ਹੈ ਇਸ ਨਾਟਕ ਇੱਕ ਹੋਰ ਨਵਾਂ ਸਾਲ ਨਾਵਲ ਦੀ ਮੁੱਖ ਪਾਤਰ ਹੈ, ਬੰਤੇ ਦੀ ਪਤਨੀ ਹੈ ਔਰ ਉਸਨੂੰ ਕਿਸ ਤਰ੍ਹਾਂ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਂਦੀਆਂ ਔਰ ਇੱਕ ਉਹ ਚੁੱਪ ਰਹਿਣ ਵਾਲੀ, ਬੜੀ ਉਦਾਸ ਰਹਿਣ। ਕਿਸ ਕਾਰਨ? ਦੋ ਕਾਰਨਾਂ ਕਰਕੇ। ਕਿ ਉਹ ਇੱਕ ਗੱਲ ਇਹ ਵੀ ਕਹਿ ਸਕਦੇ ਹਾਂ ਵੀ ਉਸ ਨੂੰ ਇਸ ਤਰ੍ਹਾਂ ਦੀ ਚੁੱਪੀ, ਉਦਾਸੀ ਧਾਰਨ ਨਹੀਂ ਕਰਨੀ ਚਾਹੀਦੀ ਸੀ। ਇਹਨਾਂ ਗੱਲਾਂ ਨੂੰ ਉਸਨੇ ਬੜਾ ਡਟ ਕੇ ਮੁਕਾਬਲਾ ਕਰਕੇ ਆਪਣੇ ਜੀਵਨ, ਆਪਣੇ ਪਰਿਵਾਰ, ਆਪਣੀ ਗ੍ਰਸਤੀ ਨੂੰ ਸੰਭਾਲਣਾ ਚਾਹੀਦਾ ਸੀ ਔਰ ਬੰਤੇ ਨਾਲ ਖੁਸ਼ ਰਹਿਣਾ ਚਾਹੀਦਾ ਸੀ। ਇਸ ਤਰ੍ਹਾਂ ਵੀ ਅਸੀਂ ਲਿਖ ਸਕਦੇ ਹਾਂ। ਹੁਣ ਜੋ ਇਸ ਦਾ ਤੀਸਰਾ ਪਾਤਰ ਫੁੰਮਣ ਹੈ, ਫੁੰਮਣ ਕਿੰਨਾ ਵੱਡਾ ਹੈ? ਉਹ ਤੀਜੀ ਜਮਾਤ ਯਾਨੀ 8 ਸਾਲ ਜਾਂ 7 ਸਾਲ ਜਾਂ 9 ਸਾਲ ਦਾ ਹੋਏਗਾ, ਛੋਟਾ ਮੁੰਡਾ ਹੈ। ਹੁਣ ਅਸੀਂ ਜਦੋਂ ਗੱਲ ਕਰਦੇ ਹਾਂ ਫੁੰਮਣ ਦੀ, ਅਸੀਂ ਕਹਾਂਗੇ ਉਹ ਸਹਾਇਕ ਪਾਤਰ ਹੈ। ਸਹਾਇਕ ਪਾਤਰ, ਇਸ ਵਿੱਚ ਦੋ ਮੁੱਖ ਪਾਤਰ ਨੇ, ਬੰਤਾ ਔਰ ਤਾਰੋ। ਬਾਕੀ ਜਿੰਨੇ ਵੀ ਆਣਗੇ ਸਾਰੇ ਸਹਾਇਕ ਪਾਤਰ ਨੇ। ਫੁੰਮਣ ਦੇ ਪਾਤਰ ਨੂੰ ਫਿਰ ਅਸੀਂ ਕਹਾਂਗੇ ਕਿ ਨਿਰੰਜਨ ਤਸਨੀਮ ਨੇ ਬੜੇ ਸੁੰਦਰ ਤਰੀਕੇ ਨਾਲ ਸਿਰਜਿਆ ਔਰ ਇਸ ਸਿਰਜਣਾ ਵਿੱਚ ਉਸਨੇ ਬੰਤੇ ਔਰ ਤਾਰੋ ਦੇ ਚਰਿੱਤਰ ਚਿੱਤਰਨ ਵਿੱਚ ਮਦਦ ਕੀਤੀ ਹੈ। ਫਿਰ ਸਾਨੂੰ ਨਾਵਲ ਪੜ੍ਹ ਕੇ ਇਹ ਵੀ ਪਤਾ ਲੱਗਦਾ ਹੈ ਇਹ ਵੀ ਤੀਜੀ ਜਮਾਤ 'ਚ ਪੜ੍ਹਦਾ ਹੈ ਔਰ ਉਹ ਆਪਣੇ ਮਾਤਾ ਪਿਤਾ ਦੀਆਂ ਆਸਾਂ ਦਾ ਕੇਂਦਰ ਹੈ। ਭਾਵੇਂ ਤੀਜੀ 'ਚ ਪੜ੍ਹਦਾ ਪਰ ਉਸਦੇ ਪਿਤਾ ਯਾਨੀ ਬੰਤਾ ਸੋਚਦਾ ਹੈ ਵੱਡਾ ਹੋਏਗਾ ਤੇ ਘਰ ਦੀ ਗਰੀਬੀ ਦੂਰ ਕਰੇਗਾ। ਮਾਂ ਵੀ ਇਸੇ ਆਸ ਵਿੱਚ ਹੈ ਪਰ ਉਹਨੂੰ ਲੱਗਦਾ ਹੈ ਕਿ ਅਜੇ ਬਹੁਤ ਛੋਟਾ ਹੈ, ਯਾਨੀ ਉਹ ਘਰ ਦੀਆਂ ਆਸਾਂ ਦਾ ਕੇਂਦਰ ਹੈ। ਪੜ੍ਹਾਈ ਵਿੱਚ ਰੁਚੀ ਲੈਂਦਾ ਹੈ। ਜਦੋਂ ਵੀ ਬੰਤਾ ਘਰ ਵਿੱਚ ਆਉਂਦਾ ਹੈ ਤਾਂ ਆਪਣੀ ਕਿਤਾਬ ਖੋਲ ਕੇ ਔਰ ਪੁਸਤਕ ਵਿੱਚੋਂ ਪੜ੍ਹ ਕੇ ਉਹ ਕਈ ਪ੍ਰਸ਼ਨਾਂ ਨੂੰ ਪੁੱਛਦਾ ਹੈ ਤੇ ਜਦੋਂ ਬੰਤਾ ਉਸਦੇ ਉੱਤਰ ਨਹੀਂ ਦੇ ਪਾਉਂਦਾ ਤਾਂ ਉਹ ਕਹਿੰਦਾ ਚਲੋ ਛੱਡੋ, ਮੈਂ ਆਪਣੇ ਮਾਸਟਰ ਉਸਤਾਦ ਤੋਂ ਪੁੱਛ ਲਾਂਗਾ। ਦੂਜੀ ਗੱਲ, ਉਹਦੇ ਪ੍ਰਸ਼ਨ ਬੜੇ ਚੰਗੇ ਜਦੋਂ ਆਪਣੇ ਪਿਤਾ ਨੂੰ ਗੱਲਾਂ ਕਰਦੇ ਅਖਬਾਰ 'ਚੋਂ ਪੜ੍ਹਦੇ ਸੁਣਦਾ ਵੀ ਜਿੱਦਾਂ ਮਹਾਨ ਕੀ ਹੁੰਦਾ ਹੈ, ਰਿਸ਼ੀ ਕੀ ਮੁਨੀ ਕੀ ਹੁੰਦਾ ਹੈ, ਜਾਂ ਮਾਣ ਦਾ ਮਤਲਬ ਕੀ ਹੈ ਔਰ ਲੋਕ ਰਾਜ ਕੀ ਹੈ, ਇਸ ਤਰ੍ਹਾਂ ਬੜੇ ਸਾਰੇ ਪ੍ਰਸ਼ਨ ਆਪਣੇ ਪਿਤਾ ਨੂੰ ਪੁੱਛਦਾ ਹੈ। ਇਸ ਦਾ ਮਤਲਬ ਉਹ ਪੜ੍ਹਨ 'ਚ ਰੁਚੀ ਰੱਖਦਾ ਹੈ ਔਰ ਦਿਮਾਗੀ ਤੌਰ 'ਤੇ ਬੜਾ ਰੌਸ਼ਨ ਹੈ ਔਰ ਆਪਣੇ ਪਿਤਾ ਦਾ ਹੋਣਹਾਰ ਪੁੱਤਰ ਹੈ। ਔਰ ਅਗਲੀ ਗੱਲ, ਹਾਜ਼ਰ ਜਵਾਬ ਵੀ ਹੈ। ਜਦੋਂ ਉਹ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਅੱਜ ਕੱਲ੍ਹ ਰਾਜੇ ਹੁੰਦੇ ਹੈ, ਰਾਜਿਆਂ ਦੇ ਪੁੱਤਰ ਹੁੰਦੇ ਹੈ, ਉਹ ਕਹਿੰਦੇ ਨਹੀਂ ਹੁੰਦੇ। ਕਹਿੰਦੇ ਹੁੰਦੇ ਹੈ ਕਿਉਂਕਿ ਫੁੰਮਣ ਹਾਜ਼ਰ ਜਵਾਬ ਮੁੰਡਾ ਹੈ। ਇੱਕ ਵਾਰ ਜਦੋਂ ਆਪਣੇ ਪਿਤਾ ਨੂੰ ਕਹਿੰਦਾ ਹੈ ਨਾ ਕਿ ਮੈਨੂੰ ਬਾਤ ਸੁਣਾਓ, ਕਹਾਣੀ ਸੁਣਾਓ, ਕਹਿੰਦਾ ਨਹੀਂ ਅੱਜ ਕੱਲ੍ਹ ਕੋਈ ਰਾਜਿਆਂ ਦੇ ਬੇਟੇ ਨਹੀਂ ਹੁੰਦੇ। ਉਹ ਕਹਿੰਦਾ ਨਹੀਂ ਹੁੰਦੇ ਹੈ ਕਿਉਂਕਿ ਮੇਰੀ ਮਾਂ ਮੈਨੂੰ ਰਾਜਾ ਬੇਟਾ ਕਹਿੰਦੀ। ਇਸ ਤਰ੍ਹਾਂ ਉਹਦੀ ਹਾਜ਼ਰ ਜਵਾਬੀ ਤੋਂ ਪਤਾ ਲੱਗਦਾ ਹੈ ਬੜਾ ਰੋਸ਼ਨ ਦਿਮਾਗ ਹੈ ਔਰ ਬੜਾ ਸੂਝਵਾਨ ਹੈ, ਉਹਨੂੰ ਪੜ੍ਹਾਈ 'ਚ ਵੀ ਰੁਚੀ ਹੈ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਸਾਰੀਆਂ ਫੁੰਮਣ ਦੇ ਚਰਿੱਤਰ ਨੂੰ ਜਿਹੜਾ ਉਹ ਟੁਕਦੀਆਂ ਨੇ। ਫਿਰ ਅਸੀਂ ਅਗਲੇ ਜਿਹੜੇ ਚਰਿੱਤਰ ਨੇ ਉਹਨਾਂ ਬਾਰੇ ਅਗਲੀ ਵੀਡੀਓ 'ਚ ਗੱਲ ਕਰਦੇ ਹਾਂ, ਜਿਸ ਵਿੱਚ ਸਾਨੂੰ ਜੋ ਇਸ ਨਾਟਕ ਵਿੱਚ ਪੇਸ਼ ਆਏ ਪਾਤਰ ਨੇ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਵਿਸ਼ੇਸ਼ ਜਿਹੜਾ ਉਹ ਸਾਬਿਤ ਕਰਦੇ ਨੇ। ਕਿਉਂਕਿ ਭਾਵੇਂ ਉਹ ਸਹਾਇਕ ਪਾਤਰ ਨੇ ਪਰੰਤੂ ਉਹਨਾਂ ਦਾ ਨਾਟਕ ਵਿੱਚ ਹੋਣਾ ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਇੱਕ ਹੋਰ ਨਵਾਂ ਸਾਲ ਤਾਂ ਚੜ੍ਹਿਆ ਹੈ ਪਰ ਲੋਕਾਂ ਦੀ ਜੋ ਮਾਨਸਿਕਤਾ ਹੈ, ਪਹਿਲੀ ਗੱਲ ਤੇ ਗਰੀਬੀ, ਪਹਿਲੀ ਗੱਲ ਤੇ ਮਜਬੂਰੀ, ਉਸ ਤੋਂ ਬਾਅਦ ਆਉਂਦੀ ਹੈ ਲੋਕਾਂ ਦੇ ਸੋਚ, ਇਸ ਤੋਂ ਬਾਅਦ ਆਉਂਦੀ ਹੈ ਲੋਕਾਂ ਦਾ ਲਾਲਚ, ਇਸ ਤੋਂ ਬਾਅਦ ਆਉਂਦੀ ਲੋਕਾਂ ਦਾ ਚਰਿੱਤਰ ਇੰਨਾ ਡਾਊਨ ਹੋ ਗਿਆ। ਇਹ ਸਾਰੀਆਂ ਗੱਲਾਂ ਵਿੱਚ ਕੋਈ ਚੇਂਜ, ਕੋਈ ਬਦਲਾਵ ਨਹੀਂ ਹੋਇਆ। ਇੱਕ ਰਿਕਸ਼ਾ ਚਾਲਕ ਲਈ ਜਿੱਦਾਂ ਦਾ ਪਿਛਲਾ ਸਾਲ ਸੀ ਉੱਦਾਂ ਦਾ ਮਿਹਨਤ, ਦੁੱਖ, ਗਰੀਬੀ ਭਰਿਆ ਇਹ ਵੀ ਸਾਲ ਚ ਹੈ। ਅਸੀਂ ਅਗਲੀ ਵੀਡੀਓ 'ਚ ਇਸ ਦੀ ਗੱਲ ਕਰਾਂਗੇ। ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।